ਸਵਰਨ ਸਿੰਘ ਟੈਣਾ ਜੀ ਆਇਆਂ ਨੂੰ। ਤੁਹਾਡਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਤੇ ਅੱਜ ਦੀਆਂ ਮੁੱਖ ਖਬਰਾਂ ਕੀ ਨੇ ਜੀ? ਬਹੁਤ ਬਹੁਤ ਮਿਹਰਬਾਨੀ ਜੀ ਤੁਹਾਡੀ। ਤੇ ਅੱਜ ਦੀਆਂ ਮੁੱਖ ਖਬਰਾਂ ਦਾ ਵੇਰਵਾ ਇਹ ਹੈ ਕਿ ਕਿਸਾਨਾਂ ਨੂੰ ਰੋਕਣ ਵਾਸਤੇ ਸਿੰਘੂ ਤੇ ਟਿੱਕਰੀ ਬਾਰਡਰ ਦੇ ਵਿੱਚ ਕੰਧ ਕੱਢਣੀ ਸ਼ੁਰੂ। ਦਿੱਲੀ ਪੁਲਿਸ ਨੇ ਫੜੇ ਹੋਏ ਲੋਕਾਂ ਦਾ ਡਾਟਾ ਜਾਰੀ ਕੀਤਾ। ਕਿਸਾਨ ਏਕਤਾ ਮੋਰਚੇ ਸਮੇਤ ਕਿਸਾਨ ਅੰਦੋਲਨ ਦੇ ਨਾਲ ਜੁੜੇ ਹੋਏ ਕਈ ਟਵਿੱਟਰ ਅਕਾਊਂਟ ਬਲੌਕ। ਸੁਖਬੀਰ ਸਿੰਘ ਬਾਦਲ ਵੱਲੋਂ ਵੱਡਾ ਐਲਾਨ, ਲਾਪਤਾ ਕਿਸਾਨ ਲੱਭਣ ਦੀ ਕਮਾਨ ਸੰਭਾਲੀ। ਲੋਕਾਂ ਨੂੰ ਨਵਾਂ ਲੋਲੀਪੌਪ ਦੇ ਗਿਆ ਅੱਜ ਪੇਸ਼ ਕੀਤਾ ਬਜਟ। ਕੇਜਰੀਵਾਲ ਨੇ ਕਿਹਾ ਬਜਟ ਕੁਝ ਵੱਡੀਆਂ ਕੰਪਨੀਆਂ ਨੂੰ ਫਾਇਦਾ ਦੇਣ ਵਾਲਾ। ਕਿਸਾਨਾਂ ਵੱਲੋਂ ਵੱਡਾ ਐਲਾਨ, 6 ਤਰੀਕ ਨੂੰ ਭਾਰਤ ਦੇ ਵਿੱਚ ਚੱਕਾ ਜਾਮ ਹੋਵੇਗਾ। ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਵੱਡੀ ਪੱਧਰ ਦੇ ਉੱਤੇ ਮਤੇ ਪਾਉਣੇ ਸ਼ੁਰੂ। ਤੇ ਆਖਰੀ ਖਬਰ, ਲੋਕ ਭਲਾਈ ਆਰਮੀ ਸਮੇਤ ਕਈ ਹੋਰ ਸੰਸਥਾਵਾਂ ਨੇ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਦੀ ਬਾਂਹ ਫੜਨ ਦਾ ਐਲਾਨ ਕੀਤਾ। ਹੁਣ ਹਾਜ਼ਰ ਹੈ ਪੰਜਾਬ ਦੀ ਖਬਰਸਾਰ ਅਤੇ ਦਿੱਲੀ ਦਰਬਾਰ ਦੇ ਚਲੰਤ ਮਾਮਲਿਆਂ ਤੇ ਵਿਚਾਰ। ਟੈਣਾ ਜੀ, ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਜਾਣਕਾਰੀ ਦਿਓ ਬਈ ਸਿੰਘੂ ਬਾਰਡਰ ਤੇ ਕਿਸ ਕਿਸਮ ਦੀਆਂ ਕੰਧਾਂ ਕੱਢਣੀਆਂ ਸ਼ੁਰੂ ਕੀਤੀਆਂ ਨੇ, ਉਹਨਾਂ ਦਾ ਮਕਸਦ ਕੀ ਹੈ, ਤੇ ਖਾਸ ਤੌਰ ਤੇ ਟਿਕਰੀ ਬਾਰਡਰ ਦੇ ਉੱਤੇ ਕੀ ਸਿਚੁਏਸ਼ਨ ਹੈ ਇਸ ਵੇਲੇ? ਚੰਦ ਸਾਹਿਬ, ਇਹ ਬੜੀ ਹੈਰਾਨੀ ਵਾਲੀ ਗੱਲ ਹੈ ਵੀ ਇੱਕ ਪਾਸੇ ਦਾ ਪ੍ਰਧਾਨ ਮੰਤਰੀ ਮੋਦੀ ਇਹ ਗੱਲ ਕਹਿੰਦੇ 2 ਦਿਨ ਪਹਿਲਾਂ ਕਿ ਬਸ ਕਿਸਾਨਾਂ ਦਰਮਿਆਨ ਤੇ ਮੇਰੇ ਦਰਮਿਆਨ ਇੱਕ ਮੋਬਾਈਲ ਫੋਨ ਦੀ ਦੂਰੀ ਹੈ, ਇੱਕ ਮੋਬਾਈਲ ਕਾਲ ਦੀ ਦੂਰੀ ਹੈ। ਸੋ ਜੇਕਰ ਮੋਬਾਈਲ ਕਾਲ ਦੀ, ਟੈਲੀਫੋਨ ਕਾਲ ਦੀ ਦੂਰੀ ਹੈ ਤਾਂ ਦੂਰੀ ਖਤਮ ਕਰ ਦੇਣੀ ਚਾਹੀਦੀ ਹੈ, ਨਾ ਕਿ ਦੂਰੀਆਂ ਵਧਾਉਣ ਵਾਲੀ ਗੱਲ ਕਰਨੀ ਚਾਹੀਦੀ ਹੈ। ਸਿੰਘੂ ਟਿਕਰੀ ਤੇ ਗਾਜ਼ੀਪੁਰ ਬਾਰਡਰ ਦੇ ਉੱਤੇ ਪਿਛਲੇ ਕਈ ਦਿਨਾਂ ਤੋਂ ਇੰਟਰਨੈਟ ਦੀ ਸੇਵਾ ਬੰਦ ਹੈ ਤੇ ਅਣਮਿੱਥੇ ਸਮੇਂ ਦੇ ਲਈ ਇਹ ਬੰਦ ਰਹੂਗੀ। ਉਸ ਤੋਂ ਅਗਲੀ ਗੱਲ ਇਹ ਹੈਗੀ ਆ ਵੀ ਉੱਥੇ ਬਿਜਲੀ ਪਾਣੀ ਦਾ ਸੰਕਟ ਪੈਦਾ ਕੀਤਾ ਜਾ ਰਿਹਾ। ਦਿੱਲੀ ਦੀ ਜਿਹੜੀ ਪੁਲਿਸ ਹੈ ਉਹ ਵਧੀਕੀਆਂ ਕਰਨ ਵਾਲੇ ਲੋਕਾਂ ਦੇ ਉੱਤੇ ਕਾਰਵਾਈ ਕਰਨ ਦੀ ਥਾਂ ਦੇ ਉੱਤੇ ਕਿਸਾਨਾਂ ਦੇ ਉੱਤੇ ਕਾਰਵਾਈ ਕਰਨੀ ਸ਼ੁਰੂ ਕਰ ਦਿੰਦੀ ਹੈ। ਇੱਕ ਪਾਸੇ ਦਿੱਲੀ ਦੀ ਪੁਲਿਸ ਦੇ ਪਰਚੇਸ ਕਰਕੇ ਦਰਜ ਕੀਤੇ ਆ, ਕਹਿੰਦੇ ਵੀ ਜਨਤਕ ਜਾਇਦਾਦ ਦਾ ਨੁਕਸਾਨ ਕੀਤਾ ਕਿਸਾਨਾਂ ਨੇ। ਪਰ ਦੂਜੇ ਪਾਸੇ ਜਦੋਂ ਹਾਈਵੇ ਨੂੰ ਆਪ ਪੱਟਿਆ ਜਾ ਰਿਹਾ JCB ਮਸ਼ੀਨਾਂ ਦੇ ਨਾਲ ਵੀ ਟਰਾਲੀਆਂ ਦਾ ਅੱਗੇ ਲੰਘ ਜਾਣ, ਤਾਂ ਕੀ ਇਹ ਜਨਤਕ ਜਾਇਦਾਦ ਦਾ ਨੁਕਸਾਨ ਨਹੀਂ? ਕੀ ਇਹ ਲੋਕਾਂ ਦੇ ਟੈਕਸ ਦੇ ਨਾਲ ਬਣੀਆਂ ਹੋਈਆਂ ਸੜਕਾਂ ਨਹੀਂ? ਸਵਾਲ ਇਹ ਪੈਦਾ ਹੁੰਦਾ। ਹੁਣ ਸਿੰਘੂ ਤੇ ਟਿਕਰੀ ਬਾਰਡਰ ਦੇ ਉੱਤੇ ਸੜਕ ਦੇ ਵਿਚਾਲੇ 1-1 ਫੁੱਟ ਉੱਚੀਆਂ ਨੁਕੀਲੀਆਂ ਕਿੱਲਾਂ ਗੱਡੀਆਂ ਗਈਆਂ ਤਾਂ ਜੋ ਟਰਾਲੀ ਆਉਂਦੀ ਪੈਂਚਰ ਹੋ ਜੇ। ਉੱਥੇ 3-3 ਲੇਅਰ ਦੇ ਵਿੱਚ ਲਗਾਤਾਰ ਬੈਰੀਕੇਡਿੰਗ ਕੀਤੀ ਜਾ ਰਹੀ ਹੈ। ਲਗਾਤਾਰ ਉੱਥੇ ਪੱਥਰ ਲਾ ਕੇ ਵਿਚਾਲੇ ਮੋਟੀਆਂ ਕੰਡਿਆਲੀਆਂ ਤਾਰਾਂ ਲਾਈਆਂ ਜਾ ਰਹੀਆਂ ਤੇ ਉੱਥੇ ਇੰਨੀਆਂ ਕੁ ਜਿਹੜੇ ਟਿੱਪਰ ਲਾ ਦਿੱਤੇ ਗਏ ਆ ਵੀ ਭਾਈ ਕੋਈ ਇੱਧਰ ਆਵੇ ਨਾ, ਇੱਧਰ ਇਉਂ ਨਾ ਹੋਵੇ। ਦਿੱਲੀ ਦੀ ਪੁਲਿਸ ਕਹਿੰਦੀ ਅਸੀਂ 26 ਤਰੀਕ ਤੋਂ ਬਾਅਦ ਬੜਾ ਸਬਕ ਸਿੱਖਿਆ, ਇਸ ਕਰਕੇ ਕਰਦੇ ਆ। ਪਰ ਇਉਂ ਲੱਗਦਾ ਵੀ ਜਿਵੇਂ ਕਿਲੇ ਨੁਮਾ ਕੰਧਾਂ ਉਸਾਰ ਦਿੱਤੀਆਂ, ਪੱਕੀਆਂ ਕੰਧਾਂ ਕੱਢੀਆਂ ਜਾ ਰਹੀਆਂ ਕਿਸਾਨਾਂ ਦੇ ਮੂਹਰੇ। ਇਉਂ ਲੱਗਦਾ ਵੀ ਜਿਵੇਂ ਅਰੁਣਾਚਲ ਪ੍ਰਦੇਸ਼ ਦੇ ਵਿੱਚ ਚੀਨੀ ਫੌਜੀ ਆ ਗਏ ਹੁੰਦੇ ਨਾ, ਇਹ ਫੀਲਿੰਗ ਇਹ ਲੈ ਗਏ ਆ। ਉਹਨਾਂ ਨੂੰ ਇਉਂ ਜਾਪਦਾ ਵੀ ਇਹ ਕਿਸਾਨ ਨਹੀਂ ਗਏ, ਇਹ ਚੀਨੀ ਸੈਨਿਕ ਆ ਗਏ ਕਿਤੇ। ਸੋ ਇਸ ਕਰਕੇ ਕਿਸਾਨ ਆਗੂਆਂ ਨੇ ਗੱਲ ਕਹੀ ਆ ਵੀ ਅਸੀਂ ਦੇਸ਼ ਦਾ ਢਿੱਡ ਭਰਨ ਵਾਲੇ ਆ, ਅਸੀਂ ਚੀਨ ਦੇ ਜਾਂ ਪਾਕਿਸਤਾਨ ਦੇ ਸੈਨਿਕ ਨਹੀਂ ਆਏ। ਅਸੀਂ ਦੇਸ਼ ਦੇ ਪ੍ਰਤੀ ਪਿਆਰ ਰੱਖਦੇ ਹਾਂ, ਤਿਰੰਗੇ ਦੇ ਪ੍ਰਤੀ ਸਨਮਾਨ ਰੱਖਦੇ ਹਾਂ। ਸਾਡੀਆਂ ਮੰਗਾਂ ਮੰਨੋ, ਨਾ ਕਿ ਤੁਸੀਂ ਇੱਦਾਂ ਦਹਿਸ਼ਤ ਪੈਦਾ ਕਰੋ। ਸੋ ਇਹਨਾਂ ਦਾ ਮਕਸਦ ਇਹ ਹੈ ਕਿ ਨਵੀਆਂ ਟਰਾਲੀਆਂ ਨਾ ਆ ਸਕਣ, ਨਵੀਆਂ ਟਰਾਲੀਆਂ ਨਾ ਆ ਸਕਣ, ਕੋਈ ਦਿੱਲੀ ਦੇ ਵੱਲ ਨਾ ਜਾ ਸਕੇ। ਉਹਦੇ ਕਰਕੇ ਸਿੰਘ ਸਾਹਿਬ ਇੱਕ ਹੋਰ ਸੰਕਟ ਪੈਦਾ ਹੋ ਸਕਦਾ। ਮੰਨ ਲਓ ਅੱਜ ਕਿਸੇ ਕਿਸਾਨ ਨੂੰ ਕੋਈ ਦਿਲ ਦਾ ਦੌਰਾ ਪੈਂਦਾ, ਕੋਈ ਹੋਰ ਸੰਕਟ ਪੈਦਾ ਹੋ ਜਾਂਦਾ ਸਿਹਤ ਦਾ, ਤੇ ਜੇਕਰ ਐਂਬੂਲੈਂਸ ਦੇ ਰਾਹੀਂ ਉਹਨੂੰ ਦਿੱਲੀ ਲੈ ਕੇ ਜਾਣਾ, ਬੰਦਾ ਜਾਊ ਕਿਹੜੇ ਪਾਸੇ ਦੀ? ਮੂਹਰੇ ਟਿੱਪਰ ਖੜੇ ਕਰਤੇ, ਮੂਹਰੇ ਬੈਰੀਕੇਡ ਆ, ਮੂਹਰੇ ਟੋਏ 8-8 ਫੁੱਟ ਡੂੰਘੇ ਪੱਟ ਦਿੱਤੇ ਗਏ ਆ, ਮੂਹਰੇ ਮਿੱਟੀ ਦੇ ਢੇਰ ਲਾਤੇ ਆ, ਮੂਹਰੇ ਕੰਡਿਆਲੀਆਂ ਤਾਰਾਂ ਲਾਤੀਆਂ। ਜੇ ਬੰਦਾ ਮਰਦਾ ਬੇਸ਼ੱਕ ਮਰ ਜੇ, ਉਹ ਕਹਿੰਦੇ ਵੀ ਦਿੱਲੀ ਵਾਲੇ ਪਾਸੇ ਨਹੀਂ ਸੀ ਜਾਣ ਦੇਣਾ ਜੀ। ਤੇ ਗਾਜ਼ੀਪੁਰ ਜਿਹੜਾ ਬਾਰਡਰ ਹੈ ਉੱਥੇ ਦੀ ਕੀ ਸਥਿਤੀ ਹੈ? ਟਕੈਤ ਵਰਗੇ ਲੀਡਰ ਨੇ, ਦੇਖ ਲਓ ਤੁਸੀਂ, ਇਹ ਜਿਹੜਾ ਲੀਹ ਤੇ ਦੁਬਾਰਾ ਅੰਦੋਲਨ ਨੂੰ ਚਾੜਨ ਦੇ ਵਿੱਚ ਬਹੁਤ ਵੱਡੀ ਕੰਟਰੀਬਿਊਸ਼ਨ ਹੈ ਉਹਨਾਂ ਦੀ। ਤੇ ਹੁਣ ਉੱਥੇ ਕਿੰਨੇ ਕੁ ਲੋਕ ਹੋਰ ਆ ਗਏ ਨੇ ਤੇ ਕੀ ਸਿਚੁਏਸ਼ਨ ਹੈ? ਦੇਖੋ ਸਿੰਘ ਸਾਹਿਬ, ਇੱਕ ਤਾਂ ਇਹਦਾ ਚੰਗਾ ਪੱਖ ਇਹ ਹੈ ਵੀ ਟਕੈਤ ਦੇ ਅਥਰੂਆਂ ਨੇ ਸਾਰੀ ਬਾਦੀ ਪਲਟ ਪਈ। ਲੱਗਦਾ ਇਹ ਸੀ ਵੀ ਇਹ ਅੰਦੋਲਨ ਹੱਥ ਦੇ ਵਿੱਚੋਂ ਗਿਆ, ਪਰ ਉਹਦੇ ਅਥਰੂਆਂ ਨੇ ਸੰਜੀਵਨੀ ਬੂਟੀ ਵਾਲਾ ਕੰਮ ਕੀਤਾ। ਇੱਕ ਵਾਰ ਫਿਰ ਉਬਾਲਾ ਮਾਰਿਆ ਇਸ ਅੰਦੋਲਨ ਨੇ। ਅੱਜ ਸਿੰਘੂ ਟਿਕਰੀ ਬਾਰਡਰ ਦੇ ਉੱਤੇ ਤੇ ਗਾਜ਼ੀਪੁਰ ਬਾਰਡਰ ਦੇ ਉੱਤੇ ਟਰਾਲੀਆਂ ਦੀ ਲਾਈਨ ਨਹੀਂ ਟੁੱਟਦੀ ਜੀ। ਬਹੁਤ ਵੱਡੇ ਪੱਧਰ ਦੇ ਉੱਤੇ ਇਕੱਠ ਇਹਦਾ 3 ਬਾਰਡਰਾਂ ਦੇ ਉੱਤੇ ਹੋ ਗਿਆ। ਪਰ ਅਗਲਾ ਇੱਕ ਸਵਾਲ ਹੈ ਜਿਹੜਾ ਕੁਝ ਕੁ ਲੋਕਾਂ ਦੇ ਮਨਾਂ ਵਿੱਚ ਆ, ਹਾਲਾਂਕਿ ਇਹ ਹਾਲੇ ਸਵਾਲ ਹੀ ਹੈ, ਇਹਦੀ ਕੋਈ ਮੈਂ ਪੁਖਤਾ ਗੱਲ ਨਹੀਂ ਕਰਦਾ ਗਾ। ਪਰ ਸਵਾਲ ਇਹ ਹੈ ਵੀ ਕਿਤੇ ਇਹ ਤਾਂ ਨਹੀਂ ਵੀ ਸਾਰੇ ਦਾ ਸਿਹਰਾ ਕੇਂਦਰ ਦੀ ਸਰਕਾਰ ਟਕੈਤ ਹੋਰਾਂ ਦੇ ਸਿਰ ਬੰਨਣਾ ਚਾਹੁੰਦੀ ਹੈ? ਕਿਤੇ ਇਹਦੇ ਪਿੱਛੇ ਕਾਰਨ ਇਹ ਤਾਂ ਨਹੀਂ ਵੀ ਆਉਂਦੇ ਸਮੇਂ ਦੇ ਵਿੱਚ ਟਕੈਤ ਨੂੰ ਸਾਰਾ ਐਡਵਾਂਟੇਜ ਦੇ ਕੇ, ਉਹਨੂੰ ਜਿਹੜਾ ਸਿਹਰਾ ਦੇ ਕੇ
ਤੇ ਇਹ ਗੱਲ ਕਹੀ ਜਾਵੇ ਕਿ ਅਸੀਂ ਤੁਹਾਡੀਆਂ ਸੋਧਾਂ ਮੰਨ ਲੈਂਦੇ ਹਾਂ, ਕਿਉਂਕਿ ਕੇਂਦਰ ਦੀ ਸਰਕਾਰ ਜਾਣਦੀ ਹੈ ਕਿ 80 ਸੀਟਾਂ ਸਾਨੂੰ ਯੂਪੀ ਦੇ ਵਿੱਚੋਂ ਮਿਲਣਗੀਆਂ, ਪੰਜਾਬ 'ਚ ਇਕੱਲੀਆਂ 13 ਸੀਟਾਂ। 2022 ਦੇ ਵਿੱਚ ਚੋਣਾਂ ਇੱਥੇ ਵੀ ਹੋਣਗੀਆਂ ਯੂਪੀ 'ਚ। ਤੇ ਇਹਦਾ ਕਾਰਨ ਇਹ ਤਾਂ ਨਹੀਂਗਾ ਵੀ ਸਾਰਾ ਕੁਝ ਟਕੈਤ ਦੇ ਹੱਥ ਦੇ ਵਿੱਚ ਫੜਾਇਆ ਜਾ ਰਿਹਾ, ਕਿਉਂਕਿ ਜਿਸ ਤਰੀਕੇ ਨਾਲ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਕਿਸਾਨ ਆਗੂਆਂ ਦੀ ਗੱਲ ਘੱਟ ਹੁੰਦੀ ਹੈ ਤੇ ਟਕੈਤ ਵੱਧ ਹੋ ਰਹੀ ਹੈ। ਜਿਵੇਂ ਟਕੈਤ ਦੇ ਮੰਚ ਦੇ ਉੱਤੇ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਦੇ ਲੋਕ ਹੁਣ ਜਾ ਰਹੇ ਆ, ਤੇ ਪਹਿਲਾਂ ਇਹ ਗੱਲ ਛਿੜੀ ਸੀ ਵੀ ਕਿਸੇ ਨੂੰ ਪੱਥੜੇ ਦੇ ਉੱਤੇ ਨਹੀਂ ਚੜ੍ਹਨ ਜਿਹੜਾ ਰਾਜਨੀਤਿਕ ਆਗੂ ਨੂੰ, ਉਹਦੇ ਕਰਕੇ ਕੁਝ ਕੁ ਲੋਕਾਂ ਦੇ ਮਨਾਂ ਵਿੱਚ ਸਵਾਲ ਵੀ ਪੈਦਾ ਹੋ ਰਹੇ। ਪਰ ਟਕੈਤ ਨੇ ਤਾਂ ਆਪੇ ਕਹਿ ਦਿੱਤਾ ਸੀ ਕਿ ਇਸ ਤੋਂ ਘੱਟ ਕੋਈ ਗੱਲ ਹੀ ਨਹੀਂ ਹੋਏਗੀ, ਪਹਿਲਾਂ ਇਹ ਕਾਨੂੰਨ ਵਾਪਸ ਕਰੋ। ਸਭ ਤੋਂ ਵੱਡੀ ਤੇ ਬਹੁਤ ਜ਼ਰੂਰੀ ਗੱਲ ਉਹ ਕਹਿੰਦੇ ਸੀ ਇਹੀ ਹੈ ਕਿ ਇਹਨਾਂ ਤੋਂ ਬਿਨਾਂ ਕੋਈ ਅੱਗੇ ਗੱਲ ਨਹੀਂ ਚੱਲ ਸਕਦੀ। ਟਕੈਤ ਨੇ ਖੁਦ ਵੀ ਕਿਹਾ ਸੀ ਕਿ ਨਹੀਂ? ਬਿਲਕੁਲ ਜੀ, ਇਹ ਗੱਲ ਕਹੀ ਸੀ ਕੁਝ ਦਿਨ ਪਹਿਲਾਂ, ਜਦੋਂ ਦਿਨਾਂ ਦੇ ਵਿੱਚ ਇਹ ਗੱਲ ਸਾਹਮਣੇ ਨਹੀਂ ਆਈ, ਕਿਉਂਕਿ ਹੁਣ ਜਦੋਂ ਟਕੈਤ ਸਾਹਿਬ ਦਾ ਬਿਆਨ ਆਉਂਦਾ ਕਿ ਅਸੀਂ ਪ੍ਰਧਾਨ ਮੰਤਰੀ ਦਾ ਵੀ ਬਹੁਤ ਸਨਮਾਨ ਕਰਦੇ ਹਾਂ, ਅਸੀਂ ਕੇਂਦਰ ਦੀ ਸਰਕਾਰ ਦੀ ਵੀ ਨਹੀਂ ਚਾਹੁੰਦੇ ਕਿ ਪਿੱਠ ਲੱਗੇ, ਪਰ ਕਿਸਾਨਾਂ ਦੀ ਵੀ ਸਰਦਾਰੀ ਬਰਕਰਾਰ ਰਵੇ। ਉਹ ਦੋਨੋਂ ਗੱਲਾਂ ਇਸ ਤਰੀਕੇ ਨਾਲ ਕਰ ਰਹੇ ਆ। ਹੋ ਸਕਦਾ ਵੀ ਉਹਨਾਂ ਨੇ ਵੱਲੋਂ ਕੱਲ੍ਹ ਨੂੰ ਜਾਂ ਪਰਸੋਂ ਫਿਰ ਕਹਿ ਜਾਵੇ ਕਿ ਅਸੀਂ ਖੇਤੀ ਕਾਨੂੰਨ ਰੱਦ ਕਰੇ ਤੋਂ ਬਿਨਾਂ ਜਾਣਾ ਨਹੀਂ। ਲੋਕਾਂ ਦੇ ਮਨ ਦੇ ਵਿੱਚ ਸਵਾਲ ਆ, ਦੇਖੋ ਕਿਸੇ ਦੇ ਮਨ ਦੇ ਵਿੱਚ ਕੋਈ ਵੀ ਸਵਾਲ ਪੈਦਾ ਹੋ ਸਕਦਾ, ਪਰ ਜੇ ਤਾਂ ਟਕੈਤ ਸਾਹਿਬ ਇਹ ਗੱਲ ਕਹਿੰਦੇ ਵੀ ਖੇਤੀ ਕਾਨੂੰਨ ਰੱਦ ਕਰਵਾ ਕੇ ਜਾਣੇ ਆ, MSP ਦੀ ਲਿਖਤੀ ਗਰੰਟੀ ਲੈ ਕੇ ਜਾਣੀ ਆ, ਫਿਰ ਤਾਂ ਸਾਰੀ ਕਹਾਣੀ ਸਾਫ਼ ਹੋ ਗਈ ਆ। ਪਰ ਜੇਕਰ ਉਹ ਇਹ ਗੱਲ ਕਹਿੰਦੇ ਵੀ ਕਿ ਚਲੋ ਆਪਾਂ ਨੂੰ ਸੋਧ ਦੇ ਉੱਤੇ ਵੀ ਮੰਨ ਜਾਣਾ ਚਾਹੀਦਾ, ਤੇ ਆਉਂਦੇ ਸਮੇਂ ਦੇ ਵਿੱਚ ਪੰਜਾਬ ਦੇ ਕਿਸਾਨ ਇਹ ਗੱਲ ਕਹਿੰਦੇ ਆ ਕਿ ਜੀ ਅਸੀਂ ਤਾਂ ਖੇਤੀ ਕਾਨੂੰਨ ਰੱਦ ਕਰਵਾ ਕੇ ਜਾਵਾਂਗੇ, ਇਸ ਤਰੀਕੇ ਦਾ ਕੋਈ ਮਾਹੌਲ ਨਾ ਪੈਦਾ ਹੋ ਜਾਏ, ਲੋਕ ਇਹ ਗੱਲ ਕਹਿ ਰਹੇ। ਪਰ ਇਹਨਾਂ ਦੀ ਲੀਡਰਸ ਦੀ ਜਿਹੜੀ ਹੈ, ਕਿਸਾਨ ਲੀਡਰਾਂ ਦੀ ਮੀਟਿੰਗ ਕੋਈ ਹੋਈ ਹੈ ਜਿਹਦੇ ਵਿੱਚ ਟਕੈਤ ਵੀ ਸ਼ਾਮਲ ਹੋਏ? ਨਹੀਂ ਜੀ, ਹੁਣ ਪਿਛਲੇ 2-3 ਦਿਨਾਂ ਤੋਂ ਇਹੋ ਜਿਹੀ ਕੋਈ ਮੀਟਿੰਗ ਨਹੀਂ ਹੋਈ, ਕਿਉਂਕਿ ਜਿਹੜੀ ਗੱਲ ਗਾਜ਼ੀਪੁਰ ਦੇ ਬਾਰਡਰ ਤੋਂ ਕੀਤੀ ਜਾ ਰਹੀ ਹੈ ਔਰ ਟਕੈਤ ਦੇ ਵੱਲੋਂ ਕੀਤੀ ਜਾ ਰਹੀ ਹੈ, ਪੰਜਾਬ ਦੇ ਕਿਸਾਨ ਆਗੂ ਕਾਨਫਰੰਸਾਂ ਕਰ ਰਹੇ ਆ। ਕਿਉਂਕਿ ਦੇਖੋ ਹੁਣ ਇੱਕ ਤੋਂ ਦੂਜੀ ਥਾਂ ਤੱਕ ਜਾਣ ਦੇ ਵਿੱਚ ਵੀ ਦਿੱਕਤ ਆਊਗੀ, ਕਿਉਂਕਿ ਸਾਰਿਆਂ ਦੇ ਲਈ ਉੱਤੇ FIR ਦਰਜ ਹੋਈ ਹੈ। ਹੁਣ ਜੇਕਰ ਦਿੱਲੀ ਦੀ ਪੁਲਿਸ ਕਿਸੇ ਨੂੰ ਗ੍ਰਿਫਤਾਰ ਕਰਦੀ ਹੈ, ਉਸ ਤੋਂ ਬਾਅਦ ਤਾਂ ਬਹੁਤ ਵੱਡੇ ਪੱਧਰ ਤੇ ਸੱਟ ਲੱਗਣੀ ਹੈਗੀ, ਸੱਟ ਵੱਜਣੀ ਇਸ ਅੰਦੋਲਨ ਨੂੰ। ਸੋ ਅੱਜ ਵੀ ਕਿਸਾਨ ਆਗੂਆਂ ਨੇ, ਪੰਜਾਬ ਦੇ ਕਿਸਾਨ ਆਗੂਆਂ ਨੇ ਇੱਕ ਮਹੱਤਵਪੂਰਨ ਮੀਟਿੰਗ ਕੀਤੀ ਹੈ। ਉਹਦੇ ਵਿੱਚ ਇਹ ਗੱਲ ਕਹੀ ਗਈ ਹੈ ਵੀ ਅਸੀਂ 6 ਤਰੀਕ ਨੂੰ ਭਾਰਤ ਦੇ ਵਿੱਚ ਚੱਕਾ ਜਾਮ ਕਰਾਂਗੇ। ਉਹ 12 ਵਜੇ ਤੋਂ ਲੈ ਕੇ ਦੁਪਹਿਰ 3 ਵਜੇ ਤੱਕ ਚੱਕਾ ਜਾਮ ਹੋਊਗਾ। ਇਹ ਇਸ ਗੱਲ ਦੇ ਵਿਰੁੱਧ ਹੋਊਗਾ, ਇਸ ਗੱਲ ਕਰਕੇ ਹੋਊਗਾ ਕਿਉਂਕਿ ਕਿਸਾਨਾਂ ਦੇ ਉੱਤੇ ਦਿੱਲੀ ਦੀ ਪੁਲਿਸ ਅਤਿਆਚਾਰ ਕਰ ਰਹੀ ਹੈ, ਕਿਸਾਨ ਲਾਪਤਾ ਕੀਤੇ ਗਏ ਆ। ਇੱਥੇ ਇੰਟਰਨੈਟ ਦੀ ਸੇਵਾ ਲਗਾਤਾਰ ਬੰਦ ਕੀਤੀ ਹੋਈ ਹੈ, ਪਾਣੀ ਦੇ ਬਿਜਲੀ ਦੀ ਸੰਕਟ ਪੈਦਾ ਕੀਤਾ ਜਾ ਰਿਹਾ। ਕਿਸਾਨ ਆਗੂਆਂ ਨੇ, ਪੰਜਾਬੀਆਂ ਨੇ ਫਿਰ ਇਹ ਗੱਲ ਕਹੀ ਹੈ ਵੀ ਅਸੀਂ ਗੱਲਬਾਤ ਕਰਨ ਨੂੰ ਤਿਆਰ ਹਾਂ, ਪਰ ਸਰਕਾਰ ਪਹਿਲ ਕਰੇ ਤੇ ਗੱਲਬਾਤ ਕਰਨ ਦਾ ਮਾਹੌਲ ਹੋਵੇ। ਜੇ ਤੁਸੀਂ ਸਾਡੇ ਉੱਤੇ ਅਤਿਆਚਾਰ ਕਰੋਗੇ, ਕਦੇ ਕਿਸੇ ਪੱਤਰਕਾਰ ਤੇ ਅਤਿਆਚਾਰ ਕਰਤਾ, ਕਦੇ ਕਿਸੇ ਕਿਸਾਨ ਤੇ ਕਰਤਾ, ਕਦੇ ਅਥਰੂ ਗੈਸ ਦੇ ਗੋਲੇ ਕਿਸਾਨਾਂ ਵੱਲ ਸੁੱਟਤੇ, ਦਿੱਲੀ ਦੀ ਪੁਲਿਸ ਕਿਲੇਬੰਦੀ ਕਰ ਰਹੀ ਹੈ, ਇਸ ਮਾਹੌਲ ਦੇ ਵਿੱਚ ਗੱਲਬਾਤ ਨਹੀਂ ਹੋ ਸਕਦੀ। 3 ਖੇਤੀ ਕਾਨੂੰਨ ਰੱਦ ਹੋਣਗੇ, ਇਹੀ ਗੱਲ ਪਹਿਲਾਂ 11 ਮੀਟਿੰਗਾਂ 'ਚ ਕੀਤੀ ਹੈ ਤੇ ਇਹੀ ਅਸੀਂ ਹੁਣ ਕਰਨੀ ਹੈ। ਮਨਦੀਪ ਪੂਨੀਆ ਨੂੰ ਰਿਹਾ ਕਰਾਉਣ ਲਈ ਕੀ ਯਤਨ ਹੋ ਰਹੇ ਨੇ ਜੀ? ਦਿੱਲੀ ਦੀ ਜਿਹੜੀ ਪ੍ਰੈਸ ਆ ਸਾਰੀ, ਉਹਦੇ ਵੱਲੋਂ ਦਿੱਲੀ ਪੁਲਿਸ ਹੈੱਡਕੁਆਟਰ ਦੇ ਮੂਹਰੇ ਪ੍ਰਦਰਸ਼ਨ ਕੀਤੇ ਜਾ ਰਹੇ ਆ। ਇਹ ਗੱਲ ਕਹੀ ਗਈ ਹੈ ਜੀ ਕਿ ਪੂਰੇ ਭਾਰਤ ਦੇ ਵਿੱਚ ਪ੍ਰੈਸ ਦਾ ਜਿਹੜਾ ਇਹ ਅੰਦੋਲਨ ਛੇੜਾਂਗੇ, ਕਿਉਂਕਿ ਉਸ ਮੁੰਡੇ ਦੇ ਵੱਲੋਂ, ਉਸ ਨੌਜਵਾਨ ਪੱਤਰਕਾਰ ਦੇ ਵੱਲੋਂ ਗਲਤ ਤਾਂ ਕੁਝ ਕੀਤਾ ਨਹੀਂ ਗਿਆ। ਉਹਨੇ ਤਾਂ ਬੇਨਕਾਬ ਕੀਤੇ ਕਈ ਚਿਹਰੇ ਵੀ ਜਿਹੜੇ ਇਹ RSS ਦੇ ਬਦਮਾਸ਼ ਆ, ਇਹ ਕੋਈ ਸਥਾਨਕ ਲੋਕ ਨਹੀਂ ਹੈਗੇ। ਆਹ ਦੇਖੋ ਇਹਦੀ ਪ੍ਰੋਫਾਈਲ, ਇਹ BJP ਦਾ ਬੰਦਾ, ਇਹ ਇੱਥੇ ਆਹ ਗੱਲਾਂ ਕਰਦਾ ਤੇ ਇਹ ਆਇਆ ਸੀਗਾ, ਨਾ ਕਿ ਸਥਾਨਕ ਵਾਸੀ ਹੈਗੇ ਆ। ਉਸ ਤੋਂ ਅਗਲੇ ਦਿਨ ਉਹਦੇ ਤੇ ਕਾਰਵਾਈ ਹੋ ਜਾਂਦੀ ਹੈ ਤੇ ਸਿਰਫ ਇਸ ਗੱਲ ਕਰਕੇ ਵੀ ਉਹ ਵੀਡੀਓ ਬਣਾ ਰਿਹਾ। ਦਿੱਲੀ ਦੀ ਪੁਲਿਸ ਪੱਜ ਇਹ ਬਣਾ ਰਹੀ ਹੈ, ਕਹਿੰਦੇ ਜੀ ਇਹਨੇ ਸਾਡੇ ਨਾਲ ਬਦਸਲੂਕੀ ਕੀਤੀ ਸੀ, ਉਹਨੂੰ ਹੁਣ ਜੇਲ੍ਹ ਦੇ ਵਿੱਚ, ਤਿਹਾੜ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ। ਸੋ ਇਸ ਕਰਕੇ ਦਿੱਲੀ ਦੀ ਜਿਹੜੀ ਪ੍ਰੈਸ ਆ ਉਹ ਇਕਜੁੱਟ ਹੈਗੀ ਆ, ਉਹਦੇ ਵੱਲੋਂ ਵੱਡੇ ਪੱਧਰ ਦੇ ਉੱਤੇ ਇਹ ਅੰਦੋਲਨ ਹੁਣ ਛੇੜਿਆ ਗਿਆ ਤੇ ਦਿੱਲੀ ਦੀ ਪੁਲਿਸ ਦੇ ਅਸੀਂ ਖਿਲਾਫ ਝਾੜਾ। ਉਸ ਤੋਂ ਅਗਲੀ ਗੱਲ ਇਹ ਹੈ ਕਿ ਅੱਜ ਪੰਜਾਬ ਦੇ ਕੁਝ ਮੈਂਬਰ ਪਾਰਲੀਮੈਂਟ, ਜਿਹਦੇ ਵਿੱਚ ਰਾਜ ਸਭਾ ਦੇ ਮੈਂਬਰ ਆ ਜਿਹੜੇ, ਉਹਦੇ ਵਿੱਚ ਇੱਕ ਸ਼ਮਸ਼ੇਰ ਸਿੰਘ ਦੂਲੋਂ ਤੇ ਪ੍ਰਤਾਪ ਸਿੰਘ ਬਾਜਵਾ, ਉਹਦੇ ਵਿੱਚ ਸੁਖ ਸਰਕਾਰੀਆ, ਸੁਖਜਿੰਦਰ ਸਿੰਘ ਰੰਧਾਵਾ ਤੇ ਇੱਕ ਹੈਗੇ ਭਾਰਤ ਭੂਸ਼ਣ ਆਸ਼ੂ, ਇਹਨਾਂ ਦੇ ਵੱਲੋਂ 2 ਵੱਖੋ ਵੱਖਰੀਆਂ ਮੀਟਿੰਗਾਂ ਅਮਿਤ ਸ਼ਾਹ ਦੇ ਨਾਲ ਕੀਤੀਆਂ ਗਈਆਂ ਵੀ ਲਾਪਤਾ ਹੋਏ ਕਿਸਾਨਾਂ ਦੇ ਮਾਮਲੇ ਦੇ ਉੱਤੇ ਤੁਹਾਡੀ ਸਰਕਾਰ ਕੀ ਕਰ ਰਹੀ ਹੈ ਜੀ। ਪਰ ਉਹਨਾਂ ਦੀ ਸੂਚੀ ਮੇਰਾ ਖਿਆਲ ਹੈ ਜਗ ਜ਼ਾਹਰ ਕਰ ਦਿੱਤੀ ਗਈ। ਹਾਂ ਬਿਲਕੁਲ ਜੀ, ਸੂਚੀ ਹੈ ਜਿਹੜੀ ਉਹ ਜ਼ਾਹਰ ਕਰ ਦਿੱਤੀ ਗਈ ਹੈ, ਨਸ਼ਰ ਕਰ ਦਿੱਤੀ ਗਈ ਹੈ। ਉਹਨਾਂ ਨੇ ਕਿਹਾ ਜੀ ਕਿ ਅਸੀਂ 122 ਬੰਦੇ ਫੜੇ ਹੁਣ ਤੱਕ, ਉਹਨਾਂ ਦੇ ਵਿੱਚੋਂ 44 ਦੇ ਉੱਤੇ FIR ਦਰਜ ਕੀਤੀ ਗਈ ਹੈ। ਸੋ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਜਿਹੜੀਆਂ, ਉਹਨਾਂ ਦੇ ਵੱਲੋਂ ਵੀ ਇਹ ਗੱਲ ਕਹੀ ਗਈ ਹੈ, ਸੁਖਬੀਰ ਸਿੰਘ ਬਾਦਲ ਹੋਰਾਂ ਦੇ ਵੱਲੋਂ, ਕਿ ਅਸੀਂ ਜੀ ਇੱਕ ਵਕੀਲਾਂ ਦੀ, ਐਡਵੋਕੇਟ ਦੀ ਇੱਕ ਕਮੇਟੀ ਬਣਾਈ ਹੈ ਜਿਹੜੀ ਕਿ ਮੁਫਤ ਦੇ ਵਿੱਚ ਕੇਸ ਲੜੂਗੀ ਇਹਨਾਂ ਕਿਸਾਨਾਂ ਦੇ। ਅਸੀਂ ਹਰ ਤਰ੍ਹਾਂ ਦੀ ਕਾਨੂੰਨੀ ਸਹਾਇਤਾ ਮੁਹੱਈਆ ਕਰਵਾਵਾਂਗੇ।
ਸੁਖਬੀਰ ਬਾਦਲ ਹੋਰਾਂ ਨੇ ਵੀ ਗੱਲ ਕਹੀ ਹੈ ਕਿ ਸਾਡੇ ਦਿੱਲੀ ਵਾਲੇ ਘਰ ਤੱਕ ਵੀ ਪਹੁੰਚ ਕੀਤੀ ਜਾ ਸਕਦੀ ਹੈ ਜੇਕਰ ਕਿਸੇ ਦੇ ਕੋਈ ਟੱਬਰ ਦਾ ਜੀ ਲਾਪਤਾ ਹੋਇਆ ਤਾਂ। ਉਧਰ ਪੰਜਾਬ ਦੀ ਸਰਕਾਰ ਦੇ ਵੱਲੋਂ ਇੱਕ ਟੋਲ ਫ੍ਰੀ ਨੰਬਰ ਜਾਰੀ ਕਰ ਦਿੱਤਾ ਗਿਆ ਵੀ ਜੇਕਰ ਕਿਸੇ ਨੂੰ ਵੀ ਕੋਈ ਜ਼ਰੂਰਤ ਹੈਗੀ ਹੈ ਸਹੂਲਤ ਦੀ ਤੇ ਲਾਪਤਾ ਕਿਸੇ ਦਾ ਕੋਈ ਹੋਇਆ ਉਹ ਸਾਡੇ ਨਾਲ ਸੰਪਰਕ ਕਾਇਮ ਕਰੇ। ਉਧਰੋਂ ਸ਼੍ਰੋਮਣੀ ਕਮੇਟੀ ਨੇ ਵੀ ਮਦਦ ਦਾ ਐਲਾਨ ਕੀਤਾ ਹੈਗਾ। ਮਨਜਿੰਦਰ ਸਿੰਘ ਸਿਰਸਾ ਹੋਰਾਂ ਨੇ 33 ਜਣਿਆਂ ਦਾ ਨਾਂ ਜਿਹੜਾ ਉਹ ਨਸ਼ਰ ਕੀਤਾ ਤੇ ਇਹ ਵੀ ਗੱਲ ਦੱਸੀ ਹੈ ਵੀ ਕਿਹੜੇ ਕਿਹੜੇ ਥਾਣੇ ਦੇ ਵਿੱਚ ਪਰਚੇ ਦਰਜ ਹੋਏ ਆ ਤੇ ਇਹ ਕਿਹੜੀ ਕਿਹੜੀ ਜੇਲ੍ਹ ਦੇ ਵਿੱਚ ਇਸ ਵਕਤ ਬੰਦ ਹੈਗੇ ਆ ਜੀ। ਤੇ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਹੋਰ ਕੀ ਐਲਾਨ ਕੀਤੇ ਨੇ? ਸੁਖਬੀਰ ਸਿੰਘ ਬਾਦਲ ਹੋਰਾਂ ਨੇ ਗੱਲ ਕਹੀ ਹੈ ਜੀ ਕਿ ਕੇਂਦਰ ਦੀ ਸਰਕਾਰ ਹੈ ਜਿਹੜੀ ਉਹ ਕਿਸਾਨਾਂ ਨੂੰ ਮਾਰਨ ਤੇ ਤੁਲੀ ਹੋਈ ਹੈ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਕੇਂਦਰ ਦੀ ਸਰਕਾਰ ਨੂੰ ਕਿਸਾਨ ਦਿਸਦਾ ਨਹੀਂ, ਇਹਨਾਂ ਨੂੰ ਸਿਰਫ ਕਾਰਪੋਰੇਟ ਘਰਾਣੇ ਦਿਸ ਰਹੇ ਆ। ਇਹਨਾਂ ਦੀ ਨਜ਼ਰ ਦੇ ਵਿੱਚ ਕਿਸਾਨ ਕੋਈ ਦੇਸ਼ ਭਗਤ ਵੀ ਨਹੀਂ ਤੇ ਇਹ ਕਿਸਾਨ ਪੱਖੀ ਵੀ ਨਹੀਂ। ਉਹਨਾਂ ਨੇ ਗੱਲ ਕਹੀ ਹੈ ਕਿ 2.5 ਮਹੀਨੇ ਹੋ ਚੱਲੇ ਦਿੱਲੀ ਦੀਆਂ ਹੱਦਾਂ ਦੇ ਉੱਤੇ ਬੈਠੇ ਕਿਸਾਨਾਂ ਦੀ ਮੰਗ ਮੰਨੀ ਜਾਵੇ। ਤੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਅਸੀਂ ਦਿੱਲੀ ਦੀ ਪੁਲਿਸ ਦੀ ਘੋਰ ਨਿੰਦਿਆ ਕਰਦੇ ਹਾਂ। ਕੇਂਦਰ ਦੀ ਸਰਕਾਰ ਦਾ ਜ਼ੁਲਮ ਆ ਜਿਹੜਾ ਇੰਤਹਾ ਹੋ ਗਈ ਹੈ ਇਹਦੀ ਅਸੀਂ ਸਖਤ ਨਿਖੇਧੀ ਕਰਦੇ ਹਾਂ ਤੇ ਇਹਨਾਂ ਨੂੰ ਇੱਦਾਂ ਨਹੀਂ ਕਰਨਾ ਚਾਹੀਦਾ ਤੇ ਅਸੀਂ ਪੀੜਤ ਕਿਸਾਨਾਂ ਦੇ ਨਾਲ ਖੜੇ ਹਾਂ। ਅਸੀਂ ਭਾਵੇਂ ਤਾਂ ਲੰਗਰ ਦੇ ਰੂਪ ਦੇ ਵਿੱਚ ਹੋਵੇ, ਭਾਵੇਂ ਕਾਨੂੰਨੀ ਮੁਫਤ ਸਹਾਇਤਾ ਦੇ ਰੂਪ ਦੇ ਵਿੱਚ ਹੋਵੇ, ਭਾਵੇਂ ਜਿਵੇਂ ਵੀ ਅਸੀਂ ਕੋਈ ਸਹਾਇਤਾ ਦੇ ਸਕਦੇ ਅਸੀਂ ਸਹਾਇਤਾ ਪ੍ਰਦਾਨ ਕਰਾਂਗੇ। ਇੱਕ ਹੋਰ ਜਾਣਕਾਰੀ ਜਿਹੜੀ ਬਣਦੀ ਹੈ, 2 ਦਿਨ ਪਹਿਲਾਂ ਸੁਖਬੀਰ ਸਿੰਘ ਬਾਦਲ ਹੋਰੀ ਰਾਕੇਸ਼ ਟਕੈਤ ਹੋਰਾਂ ਨੂੰ ਮਿਲ ਕੇ ਆਏ ਆ, ਸਨਮਾਨ ਕਰਕੇ ਆਏ ਆ ਤੇ ਦਰਬਾਰ ਸਾਹਿਬ ਦਾ ਜਲ ਦੇ ਕੇ ਆਏ ਆ ਤੇ ਚੇਤੇ ਕਰਵਾਇਆ ਕਿ ਮੇਰੇ ਪਿਤਾ ਜੀ ਤੇ ਤੁਹਾਡੇ ਪਿਤਾ ਜੀ ਮਹਿੰਦਰ ਸਿੰਘ ਟਕੈਤ ਇਹਨਾਂ ਦੋਹਾਂ ਨੇ ਕਈ ਲੜਾਈਆਂ ਇਕੱਠੀਆਂ ਲੜੀਆਂ ਤੇ ਟਕੈਤ ਹੋਰਾਂ ਨੇ ਕਿਹਾ ਜੀ ਕਿ ਮਾੜਾ ਜਿਹਾ ਮਸਲਾ ਹੱਲ ਹੋ ਲੈਣ ਦਿਓ ਫਿਰ ਮੈਂ ਆ ਕੇ ਤੁਹਾਡੇ ਬਾਪੂ ਜੀ ਨੂੰ ਮਿਲੂੰਗਾ ਵੀ। ਤੇ ਹੁਣ ਜਿਨ੍ਹਾਂ ਨੂੰ ਸਿੰਘੂ ਬਾਰਡਰ ਦੀ ਸਟੇਜ ਤੇ ਨਹੀਂ ਬੋਲਣ ਦਿੱਤਾ ਜਾਂਦਾ ਉਹ ਸਿਆਸਤਦਾਨ ਜਾ ਕੇ ਟਕੈਤ ਹੋਰਾਂ ਵਾਲੀ ਸਟੇਜ ਤੇ ਗੱਲਬਾਤ ਕਰ ਸਕਦੇ ਨੇ, ਕਰਦੇ ਨੇ? ਨਹੀਂ ਜੀ ਗੱਲਬਾਤ ਕਰਨ ਲਈ ਆਗਿਆ ਤਾਂ ਨਹੀਂ ਹੈਗੀ, ਪਰ ਲਗਾਤਾਰ ਵਹੀਰਾਂ ਕੱਟ ਕੇ ਲੀਡਰ ਆ ਜਿਹੜੇ ਉਹ ਜਾ ਰਹੇ ਆ ਰਾਕੇਸ਼ ਟਕੈਤ ਦੇ ਕੋਲੇ। ਤੇ ਹੈਰਾਨੀ ਦੀ ਗੱਲ ਇਹ ਆ ਵੀ ਉਧਰ ਰੋਕਿਆ ਨਹੀਂ ਜਾ ਰਿਹਾ। ਕੱਲ ਤੱਕ ਦੇਖੋ ਜਿਹੜਾ ਸਿੰਘੂ ਬਾਰਡਰ ਦੇ ਉੱਤੇ ਰਵਨੀਤ ਬਿੱਟੂ ਹੋਰੀ ਪਹੁੰਚੇ, ਗੁਰਜੀਤ ਸਿੰਘ ਔਜਲਾ ਤੇ ਕਈ ਹੋਰ ਪਹੁੰਚੇ, ਕੁਲਬੀਰ ਜ਼ੀਰਾ ਹੋਰੀ। ਉਹ ਰਵਨੀਤ ਬਿੱਟੂ ਦੇ ਨਾਲ ਤੇ ਜ਼ੀਰੇ ਦੇ ਨਾਲ ਤਾਂ ਮਾਰਕੁੱਟ ਵੀ ਕੀਤੀ ਗਈ। ਅਕਾਲੀ ਦਲ ਦੇ ਕੁਝ ਕੁ ਨੇਤਾ ਸਿੰਘੂ ਬਾਰਡਰ ਦੇ ਉੱਤੇ ਕੁਝ ਕੁ ਸਮਾਂ ਪਹਿਲਾਂ ਆਏ ਸੀ, ਉਹਨਾਂ ਨੂੰ ਉੱਥੋਂ ਦੜਾ ਦਿੱਤਾ ਗਿਆ ਸੀਗਾ। ਹੋਰ ਵੀ ਕਈ ਪਾਰਟੀਆਂ ਦੇ ਆਗੂ ਆ, ਪਰ ਹੁਣ ਜਿਸ ਤਰੀਕੇ ਦੇ ਨਾਲ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਆਗੂ ਟਕੈਤ ਦੇ ਵੱਲ ਜਾ ਰਹੇ ਆ, ਭਾਵੇਂ ਮੰਚ ਦੇ ਉੱਤੋਂ ਨਹੀਂ ਬੋਲਦੇ ਪਰ ਸਮਰਥਨ ਦੇ ਕੇ ਆ ਰਹੇ ਆ। ਉਹ ਭਾਵੇਂ ਯੂਪੀ ਦੇ ਹੋਣ, ਭਾਵੇਂ ਦਿੱਲੀ ਦੇ, ਭਾਵੇਂ ਕਈ ਪੰਜਾਬ ਦੇ ਵੀ ਜਿਹਦੇ ਵਿੱਚ ਰਾਮੂ ਵਾਲੀਆ ਹੋਰੀ ਵੀ ਜਾ ਕੇ ਆਏ ਆ। ਸੋ ਉਹਦੇ ਉੱਤੇ ਸਵਾਲ ਜ਼ਰੂਰ ਖੜਾ ਹੁੰਦਾ ਵੀ ਆਪਾਂ ਕਿਤੇ ਅਸੂਲ ਤਾਂ ਨਹੀਂ ਬਦਲ ਰਹੇ ਜੀ। ਬਾਕੀ ਬਜਟ ਪੇਸ਼ ਹੋਇਆ, ਬਜਟ ਕਿਹੋ ਜਿਹਾ ਜੀ? ਦੇਖੋ ਸਿੰਘ ਸਾਹਿਬ ਗੱਲ ਇਹ ਵੀ ਭਾਰਤ ਦਾ ਬਜਟ ਇਉਂ ਹੁੰਦਾ ਵੀ ਚਾਹ ਪੱਤੀ ਮਾੜੀ ਜੀ ਸਸਤੀ ਕਰ ਲਓ, ਖੰਡ ਮਹਿੰਗੀ ਕਰ ਦਿਓ, ਸਾਈਕਲ ਥੋੜਾ ਜਿਹਾ ਸਸਤਾ ਕਰ ਦਿਓ ਤੇ ਟਾਇਰ ਥੋੜਾ ਜਿਹਾ ਮਹਿੰਗਾ ਕਰ ਦਿਓ। ਤੇ ਭਾਰਤ ਦੇ ਵਿੱਚ ਕਾਰ ਥੋੜੀ ਜਿਹੀ ਸਸਤੀ ਕਰ ਦਿਓ ਤਾਂ ਸਕੂਟਰ ਥੋੜਾ ਜਿਹਾ ਮਹਿੰਗਾ ਕਰ ਦਿਓ, ਪੀੜੀ ਸਸਤੀ ਕਰ ਲਓ, ਮੰਜਾ ਮਹਿੰਗਾ ਕਰ ਦਿਓ। ਭਾਰਤ ਦੇ ਵਿੱਚ ਬਜਟ ਅਕਸਰ ਹੀ ਏਦਾਂ ਹੁੰਦਾ ਤੇ ਅੱਜ ਵੀ ਉਵੇਂ ਹੀ ਆ। ਅੱਜ ਨਿਰਮਲਾ ਸੀਤਾਰਮਣ ਹੋਰਾਂ ਦੇ ਵੱਲੋਂ ਗੱਲ ਕਹੀ ਗਈ ਹੈ ਬਜਟ ਪੇਸ਼ ਕਰਦਿਆਂ। ਉਹਨਾਂ ਨੇ ਕਿਹਾ ਜੀ ਕਿ ਬੁਨਿਆਦੀ ਢਾਂਚੇ ਦੇ ਵਿਕਾਸ ਦੇ ਉੱਤੇ ਅਸੀਂ ਜ਼ੋਰ ਦੇ ਰਹੇ ਹਾਂ ਤੇ ਇਹ ਡਿਜੀਟਲ ਬਜਟ ਹੈਗਾ। ਉਹਨਾਂ ਨੇ ਕਿਹਾ ਕਿ ਡਿਜੀਟਲ ਬਜਟ ਦੇ ਵਿੱਚ ਬਹੁਤ ਕੁਝ ਕਿਸਾਨਾਂ ਲਈ ਆ। ਕਹਿੰਦੇ ਜੀ ਕਿ ਅਸੀਂ ਕਿਸਾਨਾਂ ਦੀ MSP ਡੇਲੀ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਕਿਸਾਨ ਸਿੱਤ ਲਾਉਣ ਦਾ ਉਹਨਾਂ ਨੇ ਐਲਾਨ ਵੀ ਕਰਤਾ। ਉਹ ਕੋਸ਼ਿਸ਼ ਪਤਾ ਨਹੀਂ ਕਦੋਂ ਹੋਊਗੀ, ਇਹਦੇ ਬਾਰੇ ਤਾਂ ਕੁਝ ਕਹਿ ਨਹੀਂ ਸਕਦੇਗੇ, ਪਰ ਮੇਰੇ ਸਾਹਮਣੇ ਇੱਕ ਸੂਚੀ ਪਈ ਹੈ ਵੀ ਕੀ ਕੁਝ ਮਹਿੰਗਾ ਕਰਨ ਦੀ ਗੱਲ ਕਹੀ ਗਈ ਹੈ। ਕਹਿੰਦੇ ਕਿ ਮੋਬਾਈਲ ਫੋਨ ਦੇ ਪਾਰਟਸ ਤੇ ਪਾਵਰ ਬੈਂਕ ਮਹਿੰਗਾ, ਸੋਲਰ ਪੈਨਲ ਤੇ ਇਨਵਰਟਰ ਮਹਿੰਗਾ ਤੇ ਇਸ ਤੋਂ ਇਲਾਵਾ ਆਟੋ ਪਾਰਟਸ ਮਹਿੰਗੇ ਤੇ ਕੱਚਾ ਰੇਸ਼ਮ ਦਾ ਧਾਗਾ ਮਹਿੰਗਾ ਤੇ ਪੈਟਰੋਲ ਡੀਜ਼ਲ ਮਹਿੰਗਾ, ਸਟੀਲ ਦੇ ਪੇਚ ਮਹਿੰਗੇ ਤੇ ਪਲਾਸਟਿਕ ਦੇ ਕਈ ਸਮਾਨ ਮਹਿੰਗੇ। ਤੇ ਸਸਤਾ ਕੀ ਹੋਊਗਾ? ਸੋਨਾ ਤੇ ਚਾਂਦੀ, ਤੇ ਸਸਤਾ ਹੋਊਗਾ ਲੋਹਾ, ਤਾਂਬੇ ਦੀਆਂ ਚੀਜ਼ਾਂ ਤੇ ਬਿਜਲੀ ਦਾ ਕੁਝ ਸਮਾਨ। ਸੋ ਡੀਜ਼ਲ ਤੇ ਪੈਟਰੋਲ ਦਾ ਮਹਿੰਗਾ ਹੋਣਾ ਤੇ ਮੋਬਾਈਲਾਂ ਦਾ ਮਹਿੰਗਾ ਹੋਣਾ ਇਹ ਲੋਕਾਂ ਦੇ ਲਈ ਇੱਕ ਵੱਡੇ ਝਟਕੇ ਵਾਲੀ ਫਿਰ ਗੱਲ ਹੋਣੀ ਹੈ। ਤੇ 6 ਫਰਵਰੀ ਨੂੰ ਚੱਕਾ ਜਾਮ ਹੋਣਾ ਜੀ? ਬਿਲਕੁਲ ਜੀ, 6 ਫਰਵਰੀ ਨੂੰ ਕਿਸਾਨ ਆਗੂਆਂ ਨੇ ਗੱਲ ਕਹੀ ਹੈ ਕਿ ਅਸੀਂ ਕੇਂਦਰ ਸਰਕਾਰ ਦੀਆਂ ਮਾਰੂ ਨੀਤੀਆਂ ਦੇ ਖਿਲਾਫ, ਕਿਸਾਨਾਂ ਦੇ ਪ੍ਰਤੀ ਅਵੇਤਲੇਪਣ ਦੇ ਖਿਲਾਫ ਚੱਕਾ ਜਾਮ ਕਰਨਾ। ਪੂਰੇ ਭਾਰਤ ਦੇ ਵਿੱਚ ਚੱਕਾ ਜਾਮ ਹੋਊਗਾ 4 ਘੰਟੇ ਦੇ ਲਈ, 12 ਤੋਂ ਲੈ ਕੇ 3 ਜਾਂ 4 ਵਜੇ ਤੱਕ ਹੋਊਗਾ ਇਹ। ਉਹਨਾਂ ਨੇ ਕਿਹਾ ਜੀ ਕਿ ਅਸੀਂ ਸੰਘਰਸ਼ ਹੋਰ ਤਿੱਖਾ ਕਰਾਂਗੇ, ਕੇਂਦਰ ਦੀ ਸਰਕਾਰ ਸਾਡੇ ਇਮਤਿਹਾਨ ਨਾ ਲਵੇ, ਸਾਡੇ ਸਬਰ ਦਾ ਇਮਤਿਹਾਨ ਨਾ ਲਵੇ। ਅਸੀਂ ਚੱਲ ਕੇ ਪਏ ਇਸ ਗੱਲ ਦੇ ਉੱਤੇ, ਅਸੀਂ ਸ਼ਾਂਤਮਈ ਤਰੀਕੇ ਨਾਲ ਬੈਠੇ ਹਾਂ। ਕਦੇ ਕੋਈ ਕਿਤਤ, ਕਦੇ ਕੋਈ ਕਿਤਤ, ਕਦੇ ਕੋਈ ਛੁਰਲੀ, ਕਦੇ ਕੋਈ ਛੁਰਲੀ। ਕੇਂਦਰ ਦੀ ਸਰਕਾਰ ਨੂੰ ਇਹ ਸਾਰਾ ਕੁਝ ਹੁਣ ਬੰਦ ਕਰਨਾ ਚਾਹੀਦਾ ਜੀ। ਜਿਹੜੀਆਂ ਪੰਚਾਇਤਾਂ ਨੇ ਉਹ ਕੀ ਮਤੇ ਪਾ ਰਹੀਆਂ ਨੇ? ਦੇਖੋ ਪੰਜਾਬ ਦੀਆਂ ਕਈ ਪੰਚਾਇਤਾਂ ਦੇ ਵੱਲੋਂ ਮਤੇ ਪਾਸ ਕਰ ਦਿੱਤੇ ਗਏ ਆ। ਮਾਝਾ ਖੇਤਰ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪੰਚਾਇਤਾਂ ਨੇ ਮਤੇ ਪਾਸ ਕੀਤੇ ਆ ਕਿਸਾਨੀ ਅੰਦੋਲਨ ਦੇ ਵਿੱਚ ਪਿੰਡ ਦੇ ਲੋਕਾਂ ਨੂੰ ਲਿਜਾਣ ਦੇ ਲਈ। ਇੱਕ ਘਰ ਦੇ ਵਿੱਚੋਂ ਇੱਕ ਜੀ ਆ ਜਿਹੜਾ 1 ਹਫ਼ਤੇ ਦੇ ਲਈ ਦਿੱਲੀ ਦੇ ਵੱਲ ਜਾਊਗਾ
ਜੇ ਅੱਜ 2 ਟਰਾਲੀਆਂ ਗਈਆਂ, ਅਗਲੇ ਹਫ਼ਤੇ ਆ ਜਾਣਗੀਆਂ 2 ਹੋਰ ਟਰਾਲੀਆਂ ਜਾਣਗੀਆਂ, ਫਿਰ ਉਹ ਆ ਜਾਣਗੀਆਂ ਪਿੰਡ ਦੇ ਵਿੱਚੋਂ 2 ਹੋਰ ਜਾਣਗੀਆਂ, 3 ਹੋਰ ਜਾਣਗੀਆਂ। ਸੋ ਇਹ ਸਾਰਾ ਕੁਝ ਗਾਜ਼ੀਪੁਰ ਦੇ ਵਿੱਚ ਬਾਰਡਰ ਦੇ ਉੱਤੇ ਵੀ ਇੱਦਾਂ ਹੀ ਪੰਚਾਇਤਾਂ ਦੇ ਮਤੇ ਪੈਣ ਤੋਂ ਬਾਅਦ ਇਕੱਠ ਵੱਧ ਰਿਹਾ, ਤੇ ਉਧਰ ਹਰਿਆਣੇ ਦੀਆਂ ਪੰਚਾਇਤਾਂ ਦੇ ਵੱਲੋਂ ਵੀ ਇਵੇਂ ਮਤੇ ਪਾਸ ਕੀਤੇ ਗਏ ਆ। ਸੋ ਵੱਡੇ ਪੱਧਰ ਦੇ ਉੱਤੇ ਲੋਕ ਵੀ ਹੀਰਾਂ ਕੱਟ ਕੇ ਹੁਣ ਵੱਖ-ਵੱਖ ਬਾਰਡਰਾਂ ਦੇ ਉੱਤੇ ਘੇਰ ਜਾ ਰਹੇ ਆ। ਜਿਹੜੇ ਸ਼ਹੀਦ ਹੋਏ ਕਿਸਾਨ ਨੇ ਉਹਨਾਂ ਦੀ ਸਹਾਇਤਾ ਲਈ ਲੋਕ ਭਲਾਈ ਆਰਮੀ ਨੇ ਕੋਈ ਉਦਮ ਕੀਤਾ? ਲੋਕ ਭਲਾਈ ਪਾਰਟੀ ਤੇ ਨਹੀਂ, ਇਹ ਮੇਰਾ ਖਿਆਲ ਹੈ ਲੋਕ ਭਲਾਈ ਆਰਮੀ ਹੈ, ਇਹ ਕੋਈ ਸਿਆਸੀ ਪਾਰਟੀ ਹੈ? ਨਹੀਂ ਸਿੰਘ ਸਾਹਿਬ, ਅਸਲ ਦੇ ਵਿੱਚ ਇਹ ਕੋਟ ਕਰੋੜ ਪਿੰਡ ਆ, ਇਹ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਤਲਵੰਡੀ ਭਾਈ ਦੇ ਕੋਲ। ਉਸ ਪਿੰਡ ਦੀ ਲੋਕ ਭਲਾਈ ਆਰਮੀ ਗਰੁੱਪ ਆ ਇੱਕ। ਇਹ ਹੈਗਾ ਜੀ ਕਿ ਜਿਹੜੇ ਸਾਬਕਾ ਜਾਂ ਵਰਤਮਾਨ ਆਰਮੀ ਦੇ ਨੌਜਵਾਨ ਹੈਗੇ ਆ, ਉਹ ਆਪਣੇ ਦਸਵੰਧ ਦੇ ਵਿੱਚੋਂ ਸਾਰਾ ਉਦਮ ਕਰਦੇ। ਹਰਜਿੰਦਰ ਸਿੰਘ ਖੋਸਾ ਹੋਰਾਂ ਦੀ ਅਗਵਾਈ ਦੇ ਵਿੱਚ ਉਹਨਾਂ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਕਿ ਅਸੀਂ ਆਲੇ ਦੁਆਲੇ ਦੇ ਕੁਝ ਕੁ ਪਿੰਡਾਂ ਦੇ ਜਿਹੜੇ ਕਿਸਾਨ ਇਸ ਅੰਦੋਲਨ ਦੇ ਵਿੱਚ ਸ਼ਹੀਦ ਹੋਏ ਆ, ਉਹਨਾਂ ਦੇ ਪਰਿਵਾਰਕ ਮੈਂਬਰਾਂ ਦੀ 51,000 ਦੀ ਜਾਂ ਆਪਣੀ ਵਿੱਤੀ ਪਹੁੰਚ ਮੁਤਾਬਕ 31,000 ਦੀ ਜਾਂ ਜਿਵੇਂ ਵੀ ਅਸੀਂ ਅਸੰਭਵ ਹੋਈ ਆ ਉਹ ਮਦਦ ਕਰਾਂਗੇ। ਤੇ ਅੱਜ ਇੱਕ ਪ੍ਰੋਗਰਾਮ ਰੱਖਿਆ ਗਿਆ ਸੀਗਾ ਕੋਟ ਕਰੋੜ ਪਿੰਡ ਦੇ ਵਿੱਚ। ਇਸ ਪਿੰਡ ਦੇ ਵਿੱਚ ਇਹ ਐਲਾਨ ਕੀਤਾ ਗਿਆ ਕਿ ਅਸੀਂ ਭਾਵੇਂ ਦਸਵੰਧ ਦੇ ਤੌਰ ਤੇ ਇਕੱਠਾ ਕਰੀਏ, ਭਾਵੇਂ ਅਸੀਂ ਬਾਹਰੋਂ ਫੰਡ ਇਕੱਠਾ ਕਰੀਏ, ਭਾਵੇਂ ਫੌਜੀ ਵੀਰ ਫੰਡ ਇਕੱਠਾ ਕਰਨ, ਅਸੀਂ ਵੱਧ ਤੋਂ ਵੱਧ ਇਹਨਾਂ ਪਰਿਵਾਰਾਂ ਦੇ ਨਾਲ ਖੜੇ ਆ। ਇਸ ਤੋਂ ਪਹਿਲਾਂ ਵੀ ਲੋਕ ਭਲਾਈ ਆਰਮੀ ਗਰੁੱਪ ਆ ਜਿਹੜਾ, ਉਹਦੇ ਵੱਲੋਂ ਵੱਡੇ ਉਦਮ ਕੀਤੇ ਜਾਂਦੇ ਸਮਾਜ ਸੇਵਾ ਦੇ ਲਈ। ਹੋਰ ਵੀ ਬਹੁਤ ਸਾਰੇ ਲੋਕ ਜਿਹੜੇ ਕਿ ਕਬੱਡੀ ਕੱਪ ਕਰਵਾਉਣਾ ਚਾਹੁੰਦੇ ਸੀ, ਉਹਨਾਂ ਨੇ ਕਬੱਡੀ ਕੱਪ ਰੱਦ ਕਰਵਾ ਕੇ ਤੇ ਇਹਨਾਂ ਪੀੜਤ ਪਰਿਵਾਰਕ ਮੈਂਬਰਾਂ ਦੀ ਮਦਦ ਕਰਨ ਦਾ ਅਹਿਦ ਕੀਤਾ। ਬਹੁਤ ਸਾਰੇ ਲੋਕਾਂ ਦੀ ਮਦਦ ਕਰ ਵੀ ਦਿੱਤੀ ਹੈ। ਸਰਕਾਰ ਕਹਿੰਦੀ ਅਸੀਂ ਵੀ ਮਦਦ ਕਰਾਂਗੇ। ਸ਼੍ਰੋਮਣੀ ਕਮੇਟੀ ਦੇ ਵੱਲੋਂ ਵੀ ਮਦਦ ਦਾ ਐਲਾਨ ਕੀਤਾ ਗਿਆ। ਵੱਧ ਤੋਂ ਵੱਧ ਇਹਨਾਂ ਲੋਕਾਂ ਦੀ ਮਦਦ ਕਰਨੀ ਵੀ ਚਾਹੀਦੀ ਹੈ ਤੇ ਕੀਤੀ ਵੀ ਜਾ ਰਹੀ ਹੈ ਜੀ। ਕਿਸਾਨਾਂ ਦੀ ਤੇ ਸਰਕਾਰ ਦੀ ਅਗਲੀ ਕੋਈ ਮੀਟਿੰਗ ਬਾਰੇ ਜ਼ਾਬਤਾ ਬਣਿਆ ਕੋਈ? ਨਹੀਂ ਸਿੰਘ ਸਾਹਿਬ, ਹਾਲੇ ਤੱਕ ਜ਼ਾਬਤਾ ਬਣਿਆ ਨੀਗਾ, ਕਿਉਂਕਿ 2 ਦਿਨ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਗੱਲ ਕਹੀ ਸੀ ਕਿ ਕਿਸਾਨਾਂ ਦਰਮਿਆਨ ਤੇ ਮੇਰੇ ਦਰਮਿਆਨ ਸਿਰਫ ਤੇ ਸਿਰਫ ਇੱਕ ਫੋਨ ਕਾਲ ਦੀ ਦੂਰੀ ਹੈ, ਤੇ ਹਾਲੇ ਤੱਕ ਫੋਨ ਆਇਆ ਨੀਗਾ। ਜਾਂ ਇਹ ਤਾਂ ਹੋ ਨਹੀਂ ਸਕਦਾ ਵੀ ਉਹਨਾਂ ਦੇ ਕੋਲੇ ਕਿਸੇ ਦਾ ਨੰਬਰ ਨਾ ਹੋਵੇ। ਪਰ ਅੱਜ ਕਿਸਾਨ ਆਗੂਆਂ ਨੇ ਗੱਲ ਕਹੀ ਹੈ ਵੀ ਜੇਕਰ ਮੋਦੀ ਸਾਹਿਬ ਦੇ ਕੋਲੇ ਫੋਨ ਕਰਨ ਦਾ ਵਕਤ ਹੈ ਨੀਗਾ, ਨੰਬਰ ਸਾਨੂੰ ਦੇ ਦਿਓ ਭਾਈ, ਅਸੀਂ ਬੈਕ ਕਾਲ ਕਰ ਲੈਂਦੇ ਹਾਂ, ਅਸੀਂ ਫੋਨ ਕਰ ਲੈਂਦੇ ਹਾਂ। ਪਰ ਹਾਲੇ ਤੱਕ ਮੀਟਿੰਗ ਦੇ ਲਈ ਕੋਈ ਸਮਾਂ, ਸਥਾਨ, ਤਰੀਕ ਨਿਸ਼ਚਿਤ ਨਹੀਂ ਕੀਤੀ ਗਈ। ਪੰਜਾਬ ਦਾ ਤੇ ਦਿੱਲੀ ਦਾ ਮੌਸਮ ਕਿਹੋ ਜਿਹਾ ਜੀ? ਸਿੰਘ ਸਾਹਿਬ, ਪੰਜਾਬ ਦੇ ਵਿੱਚ ਅੱਜ ਦਿਨ ਦੇ ਵੇਲੇ ਬੜੀ ਸੋਹਣੀ ਧੁੱਪ ਨਿਕਲੀ ਹੈ। ਲਗਾਤਾਰ ਪਿਛਲੇ ਕਈ ਦਿਨਾਂ ਤੋਂ ਧੁੱਪ ਆ ਜਿਹੜੀ ਉਹ ਬੜੀ ਸੋਹਣੀ ਨਿਕਲ ਰਹੀ ਹੈ। ਮੌਸਮ ਵਿਭਾਗ ਦੇ ਵੱਲੋਂ ਇਹ ਭਵਿੱਖਬਾਣੀ ਕੀਤੀ ਗਈ ਹੈ ਕਿ ਕੱਲ੍ਹ ਨੂੰ ਹੋ ਸਕਦਾ ਪੰਜਾਬ ਦੇ ਵਿੱਚ ਕੁਝ ਕੁ ਬੂੰਦਾਬਾਂਦੀ ਰਹੇ। ਅੱਜ ਘੱਟ ਤੋਂ ਘੱਟ ਤਾਪਮਾਨ 7 ਡਿਗਰੀ ਤੇ ਵੱਧ ਤੋਂ ਵੱਧ 22 ਡਿਗਰੀ ਨੋਟ ਕੀਤਾ ਗਿਆ। ਹੁਣ 12 ਡਿਗਰੀ ਹੈ ਤੇ ਆਉਂਦੇ 72 ਘੰਟਿਆਂ ਦੇ ਵਿੱਚ ਪੰਜਾਬ ਦੇ ਮੌਸਮ ਦੇ ਵਿੱਚ ਕਰਵਟ ਆਉਣ ਦੀ ਸੰਭਾਵਨਾ ਹੈਗੀ ਹੈ। ਦਿੱਲੀ ਦੇ ਵਿੱਚ ਵੀ ਜੀ ਬਿਲਕੁਲ ਤਾਪਮਾਨ ਸੇਮ ਹੀ ਆ ਤੇ ਦਿਨ ਵੇਲੇ ਬੜੀ ਸੋਹਣੀ ਧੁੱਪ ਨਿਕਲੀ ਸੀ ਤੇ ਹਰਿਆਣੇ ਦੇ ਵਿੱਚ ਵੀ ਮੌਸਮ ਇਵੇਂ ਹੈ। ਟੈਣਾ ਜੀ, ਬਹੁਤ ਬਹੁਤ ਮਿਹਰਬਾਨੀ, ਸ਼ੁਕਰੀਆ। ਮਿਹਰਬਾਨੀ। Red FM